ਅੱਜ ਦਾ ਲੈਕਚਰ ਬਹੁਤ ਸੁੰਦਰ ਹੈ। ਅੱਜ ਦਾ ਐਪੀਸੋਡ ਦੇ ਵਿੱਚ ਮੈਂ ਜੀਵਨ ਜੀਣ ਦੀ ਕਲਾ ਦੱਸਾਂਗਾ। ਪਹਿਲਾਂ ਮੈਂ ਇੱਕ ਪ੍ਰਸ਼ਨ ਕਰਦਾ ਕਿ ਜੀਵਨ ਕੀ ਹੈ। ਅਗਰ ਸਮਝੋ ਜੀਵਨ ਇੱਕ ਸੀਰੀਅਲ ਹੈ ਔਰ ਸੀਰੀਅਲ ਦੇਖਣਾ ਆਪਾਂ ਜਾਣਦੇ ਹਾਂ ਔਰ ਸੀਰੀਅਲ ਆਪਾਂ ਰੋਜ਼ ਦੇਖਦੇ ਵੀ ਹਾਂ। ਸੀਰੀਅਲ ਪੰਜਾਬੀ 'ਚ ਵੀ ਆਉਂਦੇ ਨੇ ਅਤੇ ਹਿੰਦੀ 'ਚ ਵੀ ਆਉਂਦੇ ਨੇ। ਅਤੇ ਇਸ ਤਰ੍ਹਾਂ ਹੀ ਉਹ ਐਕਟਰ ਜਿਹੜੇ ਸੀਰੀਅਲ ਦੇ ਵਿੱਚ ਆਉਂਦੇ ਨੇ, ਅਗਰ ਕੋਈ ਐਕਟਰ ਉਹ ਹੈ ਤਾਂ ਉਹ ਸਟਾਰ, ਉਹ ਫਿਲਮੀ ਐਕਟਰ ਹੈ, ਉਸਦਾ ਮਹੱਤਵ ਕਾਫੀ ਹੈ, ਪਰ ਉਹਨੂੰ ਭਿਖਾਰੀ ਦਾ ਪਾਰਟ ਵਜਾਉਣਾ ਪਿਆ ਰਿਹਾ। ਉਹਨੂੰ ਕੋਈ ਵੀ ਹੋਰ ਪਾਰਟ ਦਿੱਤਾ ਜਾ ਰਿਹਾ ਉਸ ਦੇ ਡਾਇਰੈਕਟਰ ਵੱਲੋਂ, ਤੁਹਾਨੂੰ ਉਹ ਮਿਹਨਤ ਕਰਨੀ ਪੈਂਦੀ ਹੈ। ਉਹ ਰਾਤ ਭਰ ਜਾਗ ਕੇ ਵੀ ਮਿਹਨਤ ਕਰਦੇ ਨੇ, ਫਿਰ ਉਹ ਸੀਰੀਅਲ ਦਿੰਦੇ। ਇਸ ਤਰ੍ਹਾਂ ਆਪਣਾ ਜੀਵਨ ਵੀ ਇੱਕ ਸੀਰੀਅਲ ਹੈ, ਕਿਉਂਕਿ ਉਹ ਥੋੜ੍ਹੇ ਘੰਟਿਆਂ ਦਾ ਹੁੰਦਾ ਹੈ, ਆਪਣਾ ਲੰਬੀ ਜ਼ਿੰਦਗੀ ਦਾ ਹੈ ਔਰ ਜਨਮਾਂਤਰਾਂ ਦਾ ਹੈ। ਆਪਾਂ ਵੀ ਇੱਕ ਪਾਰਟ ਪਲੇ ਕਰ ਰਹੇ ਹਾਂ। ਆਪਾਂ ਇਹ ਤਾਂ ਜਾਣਦੇ ਹਾਂ ਨਾ, ਇਹ ਦੁਨੀਆ ਰਹਿਣ ਸਰਾ ਇਸ ਇੱਕ ਸਰਾਹ ਹੈ ਜਿਹਦੇ ਵਿੱਚ ਅਸੀਂ ਆਏ। ਦੁਨੀਆ ਰਹਿਣ ਬਸੇਰਾ, ਨਾ ਕਰ ਤੇਰਾ ਨਾ ਕਰ ਮੇਰਾ। ਕਿੱਥੋਂ ਆਏ? ਸਾਰੇ ਇੱਕੋ ਹੀ ਜਗ੍ਹਾ ਤੋਂ ਆਏ। ਆਪਾਂ ਗਾਉਂਦੇ ਵੀ ਹਾਂ, ਪਾਰ ਬ੍ਰਹਮ ਪਰਮੇਸ਼ਵਰ ਤੋਂ ਸਭ ਕੇ ਪ੍ਰਾਣਪਤੀ। ਪ੍ਰਾਣ ਵੀ ਆਤਮਾ ਹੀ ਕਿਹਾ ਜਾਂਦਾ ਹੈ। ਜਦੋਂ ਆਪਾਂ ਇੱਥੇ ਦੁਨੀਆ ਵਿੱਚ ਪਾਰਟ ਪਲੇ ਕਰਨ ਆਏ, ਪਹਿਲਾਂ ਪਾਰਟ ਅੱਛਾ ਚੱਲਦਾ ਰਿਹਾ, ਉਸ ਤੋਂ ਮਗਰੋਂ ਹੌਲੀ ਹੌਲੀ ਸਮੇਂ ਗੁਜ਼ਰਦਾ ਗਿਆ, ਜਨਮ ਬਾਈ ਜਨਮ ਗੁਜ਼ਰਦਾ ਗਿਆ, ਜਿਹੜਾ ਅੱਛਾ ਪਾਰਟ ਸੀ ਉਹ ਪੂਰਾ ਹੋ ਗਿਆ ਔਰ ਉਸ ਤੋਂ ਮਗਰੋਂ ਮਨ ਦੇ ਵਿੱਚ ਕੁਝ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ। ਹੁਣ ਆਪਾਂ ਜੀਵਨ ਦੇ ਵਿੱਚ ਖੁਸ਼ੀ ਲੈ ਕੇ ਆਉਣੀ ਔਰ ਜੀਵਨ ਜਿਉਣ ਦੀ ਕਲਾ ਦੇ ਵਿੱਚ ਲਾਈਫ ਸਟਾਈਲ ਨੂੰ ਪਰਿਵਰਤਨ ਕਰਕੇ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਣਾ ਹੈ। ਕੀ ਇਹ ਪੋਸੀਬਲ ਹੈ? ਮੈਂ ਕਹਾਂਗਾ ਹਾਂ, ਬਿਲਕੁਲ ਪੋਸੀਬਲ ਹੈ, ਪਰ ਮਿਹਨਤ ਜ਼ਰੂਰ ਹੈ। ਕਿਉਂਕਿ ਸਾਨੂੰ ਥਿਓਰੀਟੀਕਲ ਤਾਂ ਸਾਨੂੰ ਪਤਾ ਲੱਗ ਚੁੱਕਿਆ, ਬਸ ਇਹ ਸਰੀਰ ਨਹੀਂ ਆ। ਸਰੀਰ ਨੂੰ ਚਲਾਉਣ ਵਾਲੀ ਇੱਕ ਡਰਾਈਵਰ ਆ ਔਰ ਚੇਤਨ ਇੱਕ ਰੂਹ। ਬ੍ਰੇਨ ਮੇਰਾ ਕੰਟਰੋਲ ਰੂਮ ਹੈ। ਇਸ ਕੰਟਰੋਲ ਰੂਮ ਨੂੰ ਮੈਂ ਮੈਨੇਜ ਕਰਦੀ ਹਾਂ। ਦੇਖੋ ਕਿੰਨਾ ਅੱਛਾ ਹੈ, ਵੰਡਰਫੁਲ ਬ੍ਰੇਨ ਹੈ। ਅੱਜ ਦਾ ਕੰਪਿਊਟਰ ਵੀ ਵੰਡਰਫੁਲ ਬਣਾਇਆ ਔਰ ਰੋਬੋਟ ਵੀ ਵੰਡਰਫੁਲ ਬਣਾਇਆ, ਪਰ ਸਭ ਤੋਂ ਵੱਡਾ ਰੋਬੋਟ, ਸਭ ਤੋਂ ਵੱਡਾ ਕੰਪਿਊਟਰ ਕੌਣ? ਸਾਡਾ ਬ੍ਰੇਨ ਹੈ। ਔਰ ਇਹਦੇ ਵਿੱਚ ਅਨੇਕ ਜਨਮਾਂ ਦੀਆਂ ਮੈਮੋਰੀਜ਼ ਭਰੀਆਂ ਹੋਈਆਂ ਹਨ। ਜਦੋਂ ਸਾਡਾ ਪੁਨਰ ਜਨਮ ਵੀ ਹੋ ਜਾਂਦਾ ਹੈ ਔਰ ਪੁਨਰ ਜਨਮ ਤੋਂ ਹੀ ਲੈ ਕੇ ਗਰਭ ਦੇ ਵਿੱਚ ਹੀ ਸਾਡੇ ਵਿਚਾਰ ਸ਼ੁਰੂ ਹੋ ਜਾਂਦੇ ਹਨ। ਛੋਟਾ ਬੱਚਾ ਬਣਦਾ ਹੈ, ਜਿਉਂ ਵੱਡਾ ਹੁੰਦਾ ਹੈ ਵਿਚਾਰ ਬਦਲੀ ਹੁੰਦੇ ਜਾਂਦੇ ਹਨ। ਆਪਾਂ ਦੇਖਦੇ ਹਾਂ 50-60-100 ਵਰਸ਼ ਦੇ ਅੰਦਰ ਆਪਾਂ ਇੱਕ ਜੀਵਨ ਬਤੀਤ ਕਰ ਲਿਆ, ਪਰ ਆਪਾਂ ਇਹ ਸਾਰੇ ਸਮਝਦੇ ਹਾਂ ਕਿ ਪੰਛੀ ਉੜ ਗਿਆ, ਆਤਮਾ ਚਲੀ ਗਈ, ਘੱਲੇ ਆਏ ਨਾਨਕਾ, ਉਹਨਾਂ ਨੇ ਭੇਜਿਆ ਸੀ ਜਾਓ ਪਾਰਟ ਪਲੇ ਕਰੋ, ਔਰ ਜਦੋਂ ਸੱਦਿਆ ਉੱਠ ਜਾਣਾ। ਤਾਂ ਇਸ ਵਾਸਤੇ ਪਾਰਟ ਨੂੰ ਤਾਂ ਅੱਛਾ ਵਜਾਈਏ, ਅੱਛਾ ਪਾਰਟ ਵਜਾਈਏ। ਆਪਾਂ ਇੱਕ ਵੱਡਾ ਪਰਿਵਾਰ ਆ, ਕੋਈ ਛੋਟਾ ਪਰਿਵਾਰ ਨਹੀਂ ਹੈ 4 ਮੈਂਬਰ ਦਾ। ਇਹ ਗਾਇਆ ਗਿਆ ਹੈ ਵਾਸੁਦੇਵ ਕੁਟੰਬਕਮ, ਕਿ ਵਾਸੁਦਾ ਕਹਿੰਦੇ ਆ ਪ੍ਰਿਥਵੀ ਨੂੰ, ਔਰ ਉਹਦਾ ਇਹ ਸਾਰਾ ਪਰਿਵਾਰ ਹੈ। ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਸਭ ਭਾਈ। ਇਹ ਆਪਾਂ ਕਿਉਂ ਕਹਿੰਦੇ ਆ? ਕਿਉਂਕਿ ਆਪਾਂ ਇੱਕ ਦੀ ਸੰਤਾਨ ਆ। ਇੱਕ ਜੋਤੀ ਜਿਹਨੂੰ ਪਰਮ ਪਿਤਾ ਪਰਮਾਤਮਾ ਕਿਹਾ ਗਿਆ, ਜਿਹਨੂੰ ਅੱਲਾ ਕਿਹਾ ਗਿਆ, ਈਸ਼ਵਰ ਕਿਹਾ ਗਿਆ, ਔਰ ਉਸ ਨੂੰ ਹੀ ਲਾਈਟ ਕਿਹਾ ਗਿਆ। ਕ੍ਰਾਈਸਟ ਨੇ ਵੀ ਆ ਕੇ ਕਿਹਾ ਆਈ ਐਮ ਦਾ ਸਨ ਆਫ ਗॉड, ਕਿ ਮੈਂ ਉਸ ਪਰਮਾਤਮਾ ਦਾ ਬੱਚਾ ਹਾਂ।
ਗੁਰੂ ਨਾਨਕ ਦੇਵ ਜੀ ਨੇ ਤਾਂ ਜੋ ਮਹਿਮਾ ਕੀਤੀ ਹੈ ਉਹ ਤਾਂ ਬਹੁਤ ਹੀ ਵੱਡੀ ਹੈ। ਗ੍ਰੰਥ ਸਾਹਿਬ ਦੇ ਵਿੱਚ ਇੱਕ ਇੱਕ ਤੁਕ, ਇੱਕ ਇੱਕ ਸ਼ਬਦ ਅਰਥ ਰੱਖਦਾ ਹੈ, ਪਰ ਉਹਨਾਂ ਨੂੰ ਜੀਵਨ ਵਿੱਚ ਲੈ ਆਈਏ ਤਾਂ ਜੀਵਨ ਸਫਲ ਹੋ ਜਾਂਦਾ ਹੈ। ਇਹ ਜੀਵਨ ਦੇ ਦੋਨੋਂ ਪਹਿਲੂਆਂ ਨੂੰ ਅਸੀਂ ਬਰਾਬਰ ਰੱਖਣਾ, ਸਰੀਰ ਨੂੰ ਸਵਸਥ ਰੱਖਣਾ, ਸਿਹਤਮੰਦ ਰੱਖਣਾ, ਤੇ ਬਾਕੀ ਜਿਹੜੀ ਆਤਮਾ ਹੈ ਉਸ ਨੂੰ ਗੰਦੇ ਵਿਚਾਰਾਂ ਤੋਂ ਪਰੇ ਰੱਖਣਾ। ਦੂਜੇ ਸ਼ਬਦਾਂ ਵਿੱਚ ਇਹ ਕਹਾਂ, ਕੁਸੰਗ ਤੋਂ ਪਰੇ ਰੱਖਣਾ, ਸੱਤ ਦੇ ਨਾਲ ਸੰਗ ਕਰਨਾ। ਔਰ ਪ੍ਰਮਾਤਮਾ ਨੂੰ ਕਿਹਾ ਗਿਆ ਸਤਿਗੁਰੂ, ਔਰ ਉਹਨੂੰ ਇਹ ਵੀ ਕਿਹਾ ਗਿਆ ਕਿ ਗੋਡ ਇਜ਼ ਟਰੁਥ, ਪਰਮਾਤਮਾ ਸਤ ਚਿੱਤ ਅਨੰਤ ਸਰੂਪ ਹੈ। ਔਰ ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਗੋਡ ਇਜ਼ ਲਵ, ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹ ਸਾਡੇ ਇਸ ਤਰ੍ਹਾਂ ਦੇ ਵੀ ਪਿਆਰ ਨਹੀਂ ਹੈ ਜਿਹੜਾ ਇਸ ਸੰਸਾਰ ਵਿੱਚ ਹੈ। ਇਹ ਸੰਸਾਰ ਦਾ ਇਸ ਟਾਈਮ ਦਾ ਜਿਹੜਾ ਵੀ ਪਿਆਰ ਹੈ ਉਹ ਸਵਾਰਥੀ ਹੈ। ਪਰਵਰਟਡ ਫਾਰਮ ਆਫ ਲਵ, ਪਿਆਰ ਤਾਂ ਹੈ, ਪਿਆਰ ਉਲਟੀ ਕਿਸਮ ਦਾ ਹੈ, ਪਿਆਰ ਵਿਕਾਰੀ ਹੈ, ਪਿਆਰ ਸਵਾਰਥੀ ਹੈ। ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹ ਨਿਸ਼ਕਾਮ ਹੈ, ਉਹ ਗਰੀਬ ਅਮੀਰ ਨੂੰ ਨਹੀਂ ਦੇਖਦਾ, ਉਹ ਦਿਮਾਗ ਨੂੰ ਨਹੀਂ ਦੇਖਦਾ, ਉਹ ਤਰਕਸ਼ੀਲ ਵਿਚਾਰਾਂ ਨੂੰ ਨਹੀਂ ਦੇਖਦਾ, ਉਹ ਲੌਜੀਕਲ ਪਿਆਰ ਨੂੰ ਨਹੀਂ ਦੇਖਦਾ। ਜੇ ਅਸੀਂ ਪਰਮਾਤਮਾ ਨੂੰ ਮੰਦਿਰ ਦੇ ਵਿੱਚ ਜਾ ਕੇ 1 ਰੁਪਈਆ ਚੜਾ ਕੇ ਮੰਗ ਲਈਏ ਵੱਡੀ, ਤਾਂ ਪਰਮਾਤਮਾ ਖੁਸ਼ ਹੋ ਜਾਏਗਾ? ਕੀ ਪਰਮਾਤਮਾ ਇਹ ਸੰਪਤੀ ਦਾ ਪਿਆਸਾ ਹੈ? ਬਿਲਕੁਲ ਹੀ ਨਹੀਂ। ਪਰਮਾਤਮਾ ਸੱਚੇ ਦਿਲ ਦੇ ਪਿਆਰ ਦਾ ਪਿਆਸਾ ਹੈ। ਪਰਮਾਤਮਾ ਨੂੰ ਵੀ ਬੱਚਿਆਂ ਦਾ ਪਿਆਰ ਚਾਹੀਦਾ ਹੈ, ਕਿਉਂਕਿ ਆਪਾਂ ਬੱਚੇ ਜਿਹੜੇ ਆ ਉਸ ਈਸ਼ਵਰ ਦੀ ਸੰਤਾਨ ਆ। ਕਈ ਵਾਰੀ ਦਿਲ ਦੇ ਵਿੱਚ ਆਉਂਦਾ ਹੈ ਕਿ ਕਿੰਨਾ ਅੱਛਾ ਜੀਵਨ ਬਣ ਗਿਆ ਜਦੋਂ ਸਾਰਿਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕੋ ਹੀ ਗੱਲ ਕਹੀ ਸੀ, ਮਾਨਵ ਕੀ ਯਾਦ ਸਭੇ ਏਕ ਹੀ ਪਹਿਚਾਨ। ਬਈ ਊਚ ਨੀਚ ਨਾ ਕਰੋ, ਜਾਤ ਪਾਤ ਕੋਈ ਨਹੀਂ ਹੈ। ਜਾਤ ਪਾਤ ਸਾਡੇ ਕਰਮਾਂ ਦੇ ਉੱਤੇ ਡਿਪੈਂਡ ਕਰਦੀ ਹੈ। ਜਿਸ ਤਰ੍ਹਾਂ ਦੇ ਕਰਮ ਕਰਾਂਗੇ ਉਸ ਤਰ੍ਹਾਂ ਦੀ ਜਾਤ ਬਣ ਜਾਂਦੀ ਹੈ। ਤਾਂ ਇਸ ਤਰ੍ਹਾਂ ਹੀ ਕਹਿਣ ਦਾ ਮਤਲਬ ਇਹ ਹੋਇਆ ਕਿ ਅਗਰ ਮਨ ਸਵਸਥ ਹੈ ਤਾਂ ਸਰੀਰ ਸਵਸਥ ਰਹੇਗਾ, ਸਰੀਰ ਨੂੰ ਬਿਮਾਰੀ ਨਹੀਂ ਆਏਗੀ। ਔਰ ਸਰੀਰ 'ਚ ਬਿਮਾਰੀ ਹੈ ਨਹੀਂ ਸੀ। ਇਸ ਟਾਈਮ ਮੈਂ ਬਹੁਤ ਸਾਰੇ ਡਾਕਟਰਾਂ ਦੇ ਵਿਚਾਰ ਵੀ ਸੁਣਦਾ। ਇਸ ਟਾਈਮ ਡਾਕਟਰ ਵੀ ਮੁੜ ਕੇ ਪੁਰਾਤਨ ਸੰਸਕ੍ਰਿਤੀ ਦੇ ਉੱਪਰ ਆ ਰਹੇ। ਕਈਆਂ ਦੇ ਵਿਚਾਰ ਸੁਣਦਾ, ਉਹ ਕਹਿੰਦੇ ਨਾਨ ਵੈਜ ਮਨੁੱਖ ਵਾਸਤੇ ਬਣਿਆ ਹੀ ਨਹੀਂ ਹੈ। ਮਨੁੱਖ ਆਤਮਾ ਵਾਸਤੇ ਸ਼ਾਕਾਹਾਰੀ ਭੋਜਨ ਬਣਿਆ, ਕੱਚਾ ਭੋਜਨ ਬਣਿਆ, ਕਿਉਂਕਿ ਉਹਦੀਆਂ ਆਂਤੜੀਆਂ 22 ਫੁੱਟ ਲੰਬੀਆਂ। ਉਹਦੇ 'ਚ ਹਰਕਤ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਪਾਉਣਾ ਚਾਹੀਦਾ। ਜੇ ਅਸੀਂ ਕੁਛ ਪਾਵਾਂਗੇ ਨਹੀਂ, ਕੁਛ ਕੱਚਾ ਨਹੀਂ ਪਾਵਾਂਗੇ, ਸਲਾਦ ਨਹੀਂ ਪਾਵਾਂਗੇ, ਅਸੀਂ ਨਿਰਾ ਪਾਣੀ ਪੀ ਕਰਕੇ ਜਾਂ ਜੂਸ ਪੀ ਕਰਕੇ ਰੱਖਾਂਗੇ, ਤਾਂ ਸਾਡੀਆਂ ਆਂਤੜੀਆਂ ਹਰਕਤ ਨਹੀਂ ਕਰਨਗੀਆਂ, ਜਿਨ੍ਹਾਂ ਨੂੰ ਅਸੀਂ ਪੈਰੀਸਟੈਲਟਿਕ ਮੂਵਮੈਂਟਸ ਕਹਿੰਦੇ ਹਾਂ। ਉਹ ਹਰਕਤ ਤਾਂ ਕਰਨਗੀਆਂ ਜੇ ਨਾਲ ਨਾਲ ਤੁਸੀਂ ਸਲਾਦ ਵੀ ਲਵੋ ਔਰ ਅਧਿਕ ਰੇਸ਼ੇਦਾਰ ਖਾਣਾ ਵੀ ਖਾਓ, ਔਰ ਚਪਾਤੀ ਲਾਓ, ਚਾਵਲ ਲਓ, ਔਰ ਹਰੀ ਸਬਜ਼ੀਆਂ ਦਾ ਬਹੁਤ ਬੜਾ ਮਹੱਤਵ ਹੋ ਗਿਆ ਹੈ। ਤੁਸੀਂ ਫੋਰਨ ਦੇ ਵਿੱਚ ਜਾਓਗੇ, ਤੁਹਾਨੂੰ ਸਬਜ਼ੀ ਬਹੁਤ ਮਹਿੰਗੀ ਮਿਲੇਗੀ, ਔਰ ਤੁਹਾਨੂੰ ਉੱਥੇ ਨੌਨ ਵੈਜ ਜਿਹੜਾ ਹੈ ਉਹ ਅਤੀ ਸਸਤਾ ਮਿਲੇਗਾ, ਕਿਉਂਕਿ ਜਿਹੜਾ ਨੌਨ ਵੈਜ ਹੈ ਉਹ ਉਹਨਾਂ ਆਂਤੜੀਆਂ ਵਿੱਚ ਜਾ ਕਰਕੇ ਉਸ ਦੇ ਵਿੱਚ ਇਨਫੈਕਸ਼ਨ ਪੈਦਾ ਕਰ ਸਕਦਾ।
ਮੇਰੇ ਆਪਣੇ ਮੈਡੀਕਲ ਦੇ ਪ੍ਰੋਫੈਸ਼ਨ ਵਿੱਚ ਇੱਕ ਪੇਸ਼ੈਂਟ ਆਇਆ ਸੀ ਜਿਹਨੇ ਉਹ ਨਾਨ ਵੈਜ ਮਾਸ ਲਿਆ ਸੀ। ਆਖਰ ਉਸ ਨੂੰ ਦਇਆਨੰਦ ਮੈਡੀਕਲ ਕਾਲਜ ਹਸਪੀਟਲ ਦੇ ਵਿੱਚ ਐਡਮਿਟ ਹੋਣਾ ਪਿਆ, ICU ਦੇ ਵਿੱਚ। ਜਾਨ ਤਾਂ ਬਚੀ ਪਰ ਬਹੁਤ ਮਿਹਨਤ ਕੀਤੀ, ਸਰੀਰ ਕਮਜ਼ੋਰ ਹੋ ਗਿਆ। ਅੱਜ ਅਸੀਂ ਆਪਣੇ ਇੱਕ ਜਨਮ ਨੂੰ ਸਫਲ ਨਾ ਕਰੀਏ, ਕਈ ਜਨਮਾਂ ਨੂੰ ਸਫਲ ਕਰ ਲਈਏ। ਇਸ ਤੋਂ ਅੱਗੇ ਜਿਹੜੀ ਆਉਣ ਵਾਲੀ ਅਧਿਆਤਮਿਕ ਸਵਾਸਥ ਹੈ, ਕੁਝ ਗੱਲਾਂ ਮੈਂ ਸੋਸ਼ਲ ਹੈਲਥ ਦੇ ਉੱਤੇ ਦੇ ਚੁੱਕਿਆ ਹਾਂ, ਸਮਾਜਿਕ ਸਵਾਸਥ ਦੇ ਉੱਤੇ ਦੇ ਚੁੱਕਿਆ, ਔਰ ਮੈਂਟਲ ਹੈਲਥ ਦੇ ਉੱਤੇ ਦੇ ਚੁੱਕਿਆ। ਪਰ ਮੈਂਟਲ ਹੈਲਥ ਦੇ ਉੱਤੇ ਵੀ ਅੱਜ ਮੈਂ ਵਿਚਾਰ ਕੀਤਾ, ਮੈਨੂੰ ਖੁਦ ਵੀ ਕੁਝ ਪ੍ਰੋਬਲਮ ਆਈ ਤਾਂ ਮੈਂ ਸਾਈਕੈਟ੍ਰਿਸਟ ਦੇ ਪਾਸ ਗਿਆ ਕਿ ਕੁਝ ਮੈਨੂੰ ਮਾਨਸਿਕ ਪ੍ਰੋਬਲਮ ਆ ਰਹੀ ਹੈ। ਮੈਂ ਦਵਾ ਲੈ ਕਰਕੇ ਵੀ ਦੇਖੀ, ਪਰ ਮੈਂ ਜਦੋਂ ਲਾਈਫ ਸਟਾਈਲ ਨੂੰ ਬਦਲੀ ਕਰਨੀ ਕੀਤਾ ਤਾਂ ਜਿਉਂ-ਜਿਉਂ ਮੇਰਾ ਲਾਈਫ ਸਟਾਈਲ ਬਦਲਦਾ ਗਿਆ ਮੈਂ ਦਵਾਈ ਨੂੰ ਭੁੱਲਦਾ ਗਿਆ। ਅੱਜ ਮੇਰੇ ਪਾਸ ਕਈ ਪੇਸ਼ੈਂਟ ਆਏ ਕਿਉਂਕਿ ਮੇਰੀ ਕੁਝ ਡੈਡੀਕੇਟਡ ਲਾਈਫ ਰਹੀ ਹੈ। ਮੇਰਾ ਧਿਆਨ ਜ਼ਿਆਦਾ ਕਮਰਸ਼ੀਅਲ ਨਹੀਂ ਹੈ, ਮੇਰਾ ਧਿਆਨ ਜ਼ਿਆਦਾ ਇਹ ਜਾਂਦਾ ਹੈ ਕਿ ਬਿਮਾਰ ਮੈਨੂੰ ਕੁਝ ਦਵਾ ਦੇ ਕੇ ਜਾਵੇ, ਔਰ ਬਿਮਾਰ ਦੀ ਦਵਾ ਮੇਰੇ ਵਾਸਤੇ ਇੱਕ ਬਹੁਤ ਵੱਡੀ ਫੀਸ ਹੈ। ਫੀਸ ਤਾਂ ਮੈਂ ਵੱਡੀ ਚਾਰਜ ਕਰ ਸਕਦਾ, ਪਰ ਕਹਿਣ ਦਾ ਮਤਲਬ ਇਹ ਚੀਜ਼ ਹੈ ਕਿ ਫੀਸ ਦੇ ਨਾਲ ਮੈਨੂੰ ਮੇਰੀ ਸਿਹਤ ਨਹੀਂ ਬਣੇਗੀ। ਜਿਹੜੀ ਕਿਸੇ ਦੀ ਦੁਆ ਦੇ ਨਾਲ ਮੇਰੀ ਸਿਹਤ ਬਣੇਗੀ, ਅੱਛੇ ਵਿਚਾਰਾਂ ਨਾਲ ਮੇਰੀ ਸਿਹਤ ਬਣੇਗੀ, ਉਹ ਵਿਚਾਰ ਮੈਨੂੰ ਜ਼ਰੂਰਤ ਹੈ। ਤਾਂ ਆਖਰ ਆਪਾਂ ਪਹੁੰਚੇ ਕਿੱਥੇ ਕਿ ਆਪਾਂ ਨੂੰ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਕਿਹਾ ਜਾਂਦਾ ਹੈ ਸੋਚ ਨੂੰ ਬਦਲ ਦੋ ਸਿਤਾਰੇ ਬਦਲ ਜਾਏਂਗੇ। ਸੋਚ ਨੂੰ ਬਦਲ ਦਿਓ ਸਿਤਾਰੇ ਬਦਲ ਜਾਣਗੇ, ਔਰ ਨਜ਼ਰ ਨੂੰ ਬਦਲ ਦਿਓ ਨਜ਼ਾਰੇ ਬਦਲ ਜਾਣਗੇ। ਮੰਜ਼ਿਲ ਦੀ ਖਾਤਰ ਨਾ ਸੋਚੋ, ਮੰਜ਼ਿਲ ਦੇ ਵਾਸਤੇ ਨਾ ਸੋਚੋ, ਦਿਸ਼ਾ ਨੂੰ ਬਦਲ ਦਿਓ ਤਾਂ ਕਿਨਾਰੇ ਮਿਲ ਜਾਣਗੇ। ਜੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਸਾਡਾ ਸਰੀਰ ਔਰ ਆਤਮਾ ਸਵਸਥ ਰਹੇ, ਤਾਂ ਸਾਨੂੰ ਇਹੀ ਗੱਲ ਸੋਚਣੀ ਪਏਗੀ ਕਿ ਸੋਚ ਨੂੰ ਬਦਲੋ, ਸੋਚ ਨੂੰ ਬਦਲੋ ਤਾਂ ਸਿਹਤ ਬਦਲ ਜਾਏਗੀ, ਔਰ ਸਿਹਤ ਨੂੰ ਬਦਲੋ, ਸਿਹਤ ਨੂੰ ਬਦਲੋ, ਮਨ ਨੂੰ ਬਦਲੋ, ਮਨ ਨੂੰ ਬਦਲੋ ਤਾਂ ਮਾਨਸਿਕ ਸਵਾਸਥ ਵੀ ਅੱਛੀ ਹੋ ਜਾਏਗੀ। ਇਹਦੇ ਨਾਲ ਹੀ ਮੈਂ ਅੱਜ ਦੇ ਇਸ ਐਪੀਸੋਡ ਨੂੰ ਵਿਰਾਮ ਦਿੰਦਾ ਹੋਇਆ ਸਤਿ ਸ੍ਰੀ ਅਕਾਲ।